ਆਮਦਨ ਤੋਂ ਜ਼ਿਆਦਾ ਜਾਇਦਾਦ ਮਾਮਲੇ ਨੂੰ ਲੈ ਕੇ ਅੱਜ ਵਿਜੀਲੈਂਸ ਵਿਭਾਗ ਫਰੀਦਕੋਟ ਵੱਲੋਂ ਕਾਂਗਰਸ ਦੇ ਫਰੀਦਕੋਟ ਤੋਂ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੂੰ ਫਰੀਦਕੋਟ ਦੇ ਵਿਜੀਲੈਂਸ ਵਿਭਾਗ ਦੇ ਦਫ਼ਤਰ ਬੁਲਾਇਆ ਗਿਆ, ਜਿੱਥੇ ਕਰੀਬ 1 ਘੰਟਾ ਉਹਨਾਂ ਤੋਂ ਸਵਾਲ ਜਵਾਬ ਕੀਤੇ ਗਏ। ਵਿਧਾਇਕ ਕਿੱਕੀ ਢਿੱਲੋਂ ਵੱਲੋਂ ਆਪਣੇ ਆਮਦਨ ਟੈਕਸ ਦੇ ਵਕੀਲ ਨੂੰ ਨਾਲ ਲੈ ਕੇ ਵਿਜੀਲੈਂਸ ਦੇ ਦਫ਼ਤਰ ਪੁੱਜੇ, ਜਿੱਥੇ ਉਹਨਾਂ ਵੱਲੋਂ ਵਿਜੀਲੈਂਸ ਦੇ ਸਵਾਲਾਂ ਦਾ ਜਵਾਬ ਦਿੱਤਾ ਗਿਆ। ਇਸ ਮੌਕੇ ਕੀ ਕਿਹਾ ਉਹਨਾਂ ਵੱਲੋਂ, ਆਓ ਸੁਣਦੇ ਹਾਂ। ਵਿਜੀਲੈਂਸ ਦੇ ਡੀਐਸਪੀ ਸਾਹਿਬ ਨੇ ਮੈਨੂੰ ਸੁਨੇਹਾ ਦਿੱਤਾ ਸੀ ਕਿ ਤੁਹਾਡੇ ਉਲਟ ਕੋਈ ਸ਼ਿਕਾਇਤ ਆਈ। ਅਜੇ ਤਾਈਂ ਇਹ ਤਾਂ ਨਹੀਂ ਪਤਾ ਕਿ ਸ਼ਿਕਾਇਤ ਕਿਹਨੇ ਕੀਤੀ ਹੈ, ਕਿਉਂਕਿ ਮੈਂ ਕਿਹਾ ਸੀ ਕਿ ਸਾਨੂੰ ਦੱਸ ਦਿਓ ਕਿਹਨੇ ਕੀਤੀ ਹੈ, ਪਰ ਇਹ ਕੁਝ ਇਨਫੋਰਮੇਸ਼ਨ ਚਾਹੁੰਦੇ ਸੀਗੇ ਇਹਨਾਂ ਨੂੰ ਕਿਸੇ। ਸੋ ਮੈਂ ਕਿਹਾ ਸੀ ਜੋ ਵੀ ਇਨਫੋਰਮੇਸ਼ਨ ਚਾਹੁੰਦੇ ਆ ਅਸੀਂ ਮੁਹੱਈਆ ਕਰਾ ਦਿਆਂਗੇ। ਵੈਸੇ ਤਾਂ ਕਿਉਂਕਿ ਮੈਂ ਇਲੈਕਸ਼ਨਾਂ ਲੜਦਾ ਅਤੇ ਹਰੇਕ ਇਲੈਕਸ਼ਨ ਵਿੱਚ ਸਾਡਾ ਪੂਰਨ ਐਫੀਡੇਵਿਟ ਲੱਗਦਾ, ਜਿਹਦੇ ਵਿੱਚ ਸਾਡੀ ਪ੍ਰੋਪਰਟੀ ਦਾ ਜੋ ਕੁਛ ਹੈ ਉਹ ਸਭ ਇਨਫੋਰਮੇਸ਼ਨ ਹੁੰਦੀ ਹੈ। ਪਰ ਮੈਂ ਕਿਹਾ ਹੋਰ ਵੀ ਜੇ ਤੁਹਾਨੂੰ ਕੋਈ ਚਾਹੀਦੀ ਹੈ ਤਾਂ ਉਹ ਅਸੀਂ ਪ੍ਰੋਵਾਈਡ ਕਰਾ ਦਿਆਂਗੇ, ਕਿਉਂਕਿ ਮੈਂ ਜਾਂ ਮੇਰਾ ਜਿਹੜਾ ਪਰਿਵਾਰ ਹੈ ਸਾਰਾ ਇਨਕਮ ਟੈਕਸ ਪੇਈ ਹੈ। ਸੋ ਸਾਡੀ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਉਹ ਤਾਂ ਔਨਲਾਈਨ ਹੈ, ਚਾਹੇ ਕੋਈ ਬੰਦਾ ਇਨਕਮ ਟੈਕਸ ਵੈਬਸਾਈਟ ਤੋਂ ਵੀ ਚੈੱਕ ਕਰ ਸਕਦਾ। ਸੋ ਅਸੀਂ ਸਾਰੇ ਇਨਕਮ ਟੈਕਸ ਪੇਈ ਹੈ, ਸਾਡਾ ਸਭ ਕੁਝ ਔਨ ਪੇਪਰ ਹੈ, ਸਭ ਕੁਝ ਡਿਕਲੇਅਰਡ ਹੈ। ਸੋ ਇਸ ਕਰਕੇ ਮੈਂ ਕਿਹਾ ਜੀ ਜੇ ਤੁਹਾਨੂੰ ਕੁਝ ਫਿਰ ਵੀ ਚਾਹੀਦਾ ਤੇ ਉਹ ਅਸੀਂ ਤੁਹਾਨੂੰ ਮੁਹੱਈਆ ਕਰਾ ਦਿਆਂਗੇ। ਦੇਖੋ ਮੇਰੀ ਇੱਕ ਬੇਨਤੀ ਹੈ ਕਿ ਬਿਲਕੁਲ ਇਹਨਾਂ ਨੇ ਜੋ ਇਹ ਕਹਿ ਰਹੇ ਹੈ ਕਿ ਕਿਸੇ ਨੇ ਸ਼ਿਕਾਇਤ ਕੀਤੀ ਹੈ ਕਿ ਡਿਸਪ੍ਰੋਪੋਰਸ਼ਨੇਟ ਐਸਿਡ ਦੀ, ਅਤੇ ਮੈਂ ਇਹਨਾਂ ਨੂੰ ਹੱਸਦਾ ਸੀਗਾ ਕਿ ਜਦੋਂ ਦਾ ਮੈਂ ਸਿਆਸਤ 'ਚ ਆਇਆ ਉਦੋਂ ਦਾ ਮੈਂ ਸਮਝਦਾ ਕਿ ਗਵਾਇਆ ਜ਼ਿਆਦਾ ਬਣਿਆ ਘੱਟ ਹੈ। ਕੋਈ ਅਸੀਂ ਜ਼ਿਆਦਾ ਤੌਰ 'ਤੇ ਸਾਡੇ ਪਰਿਵਾਰ ਨੇ ਅਸੀਂ ਜਿਹੜੇ ਸਾਡੇ ਹੈਰੀਡਿਟਰੀ ਜਾਂ ਪੁਸ਼ਤੈਨੀ ਸਾਨੂੰ ਐਸਟ ਮਿਲੇ ਸੀ ਉਹ ਹਰੇਕ ਇਲੈਕਸ਼ਨ 'ਚ ਵਿਕਦੇ ਹੀ ਹੈ। ਸੋ ਇਸ ਕਰਕੇ ਮਤਲਬ ਕੋਈ ਸਿਆਸਤ ਵਿੱਚੋਂ ਇਹੋ ਜਿਹਾ ਨਾ ਤਾਂ ਫਾਇਦਾ ਲਿਆ ਅਤੇ ਨਾ ਹੀ ਲੈਣਾ, ਕਿਉਂਕਿ ਅਸੀਂ ਤਾਂ ਇੱਕ ਖੁੱਲ੍ਹੀ ਕਿਤਾਬ ਵਾਂਗੂ ਹਾਂ ਅਤੇ ਇਲਾਕੇ ਦੇ ਲੋਕ ਜਾਣਦੇ ਆ, ਹਜ਼ਾਰਾਂ ਦੇ ਕੰਮ ਕੀਤੇ। ਕੋਈ ਬੰਦਾ ਦੱਸੇ ਕਿ ਕਿਸੇ ਤੋਂ ਕਿਸੇ 1 ਰੁਪਈਏ ਦੇ ਵੀ ਰਾਹਦਾਰ ਹੋਵੇ, ਪਰ ਫਿਰ ਵੀ ਮੈਂ ਇਸ ਗੱਲ ਦਾ, ਕਿਉਂਕਿ ਜੇ ਕਿਸੇ ਨੂੰ ਇਤਰਾਜ਼ ਹੈ ਅਤੇ ਬਿਲਕੁਲ 100% ਮੈਂ ਤਾਂ ਅੱਗੇ ਕਿਹਾ ਗਿਆ ਜਿੱਦਾਂ ਖੁੱਲ੍ਹੀ ਕਿਤਾਬ ਹੈ, ਅਤੇ ਬਿਲਕੁਲ ਮੈਂ ਇਹਨਾਂ ਨੂੰ ਕਿਹਾ ਜੋ ਤੁਹਾਨੂੰ ਚਾਹੀਦਾ ਉਹ ਵੈਸੇ ਤਾਂ ਸਾਡਾ ਸਭ ਕੁਝ ਔਨਲਾਈਨ ਹੈ, ਫਿਰ ਵੀ ਜੇ ਤੁਹਾਨੂੰ ਕੁਝ ਚਾਹੀਦਾ ਅਸੀਂ ਤੁਹਾਨੂੰ ਮੁਹੱਈਆ ਕਰਾਂਗੇ। ਸਰ ਦੁਬਾਰਾ ਵੀ ਬੁਲਾਇਆ ਸੀ ਕਿ ਕੋਈ ਗੱਲਬਾਤ ਵਕੀਲ ਸਾਹਿਬ ਵੀ ਤੁਹਾਡੇ ਅੱਜ ਆਏ ਸੀਗੇ ਨਾਲ ਜਿਹੜੇ ਮੈਂ ਜੀ ਅੱਜ ਸਿਰਫ ਇਨਕਮ ਟੈਕਸ ਵਾਲੇ ਆਪਣੇ ਵਕੀਲ ਸਾਹਿਬ ਲਿਆਂਦੇ ਸੀ, ਉਹ ਮੇਰੇ ਇਨਕਮ ਟੈਕਸ ਦੇ ਵਕੀਲ ਹੈ। ਕਿਉਂਕਿ ਮੈਂ ਤੁਹਾਨੂੰ ਇੱਕ ਦੱਸਿਆ ਕਿ ਅਸੀਂ ਸਾਰੇ ਬੜੀ ਦੇਰ ਤੋਂ ਇਨਕਮ ਟੈਕਸ ਪੇਈ ਹੈ ਅਤੇ ਸਾਡਾ ਐਵਰੀਥਿੰਗ ਇਜ਼ ਔਨ ਰਿਕਾਰਡ ਐਂਡ ਔਨਲਾਈਨ ਔਨ ਪੇਪਰ। ਉਹਨਾਂ ਨੂੰ ਲਿਆਂਦਾ ਸੀ ਕਿ ਕਿਉਂਕਿ ਬੇਸਿਕਲੀ ਤਾਂ ਉਹਨਾਂ ਨੇ ਇਹਨਾਂ ਨੂੰ ਤਿਆਰ ਕਰਕੇ ਦੇਣਾ ਤਾਂ ਕਿ ਉਹ ਸਮਝ ਲੈਣੇ ਕੀ ਚਾਹੁੰਦੇ ਤੇ ਤਿਆਰ ਕਰਕੇ ਦੇ ਦੇਣਾ। ਬਾਅਦ ਵੀ ਤੁਹਾਨੂੰ ਕੋਈ ਬੁਲਾਇਆ ਗਿਆ ਜਾਂ ਨਹੀਂ, ਅਜੇ ਤੱਕ ਇਹਨਾਂ ਨੇ ਕੁਝ ਨਹੀਂ ਦੱਸਿਆ। ਇਹਨਾਂ ਨੇ ਕੁਝ ਇਨਫੋਰਮੇਸ਼ਨ ਲਿਖਾਈ ਹੈ ਜਿਹੜੀ ਇਹ ਮੇਰੇ ਇਨਕਮ ਟੈਕਸ ਵਾਲੇ ਜਿਹੜੇ ਵਕੀਲ ਨੇ ਉਹਨਾਂ ਨੇ ਨੋਟ ਕੀਤੀ ਹੈ ਅਤੇ ਉਹ ਇਹਨਾਂ ਨੂੰ ਬਣਾ ਕੇ ਦੇ ਦੇਣਗੇ। ਜੇ ਫਿਰ ਇਹ ਕੁਝ ਹੋਰ ਚਾਹਣਗੇ ਉਹ ਵੀ ਦੇ ਦੇਣਗੇ। ਕਿੰਨਾ ਸਮਾਂ ਗੱਲਬਾਤ ਹੁੰਦੀ ਰਹੀ ਤੁਹਾਡੇ, ਕਿੰਨੇ ਜਵਾਬ ਹੁੰਦੇ ਰਹੇ? ਕੋਈ ਨਹੀਂ, ਮੇਰੇ ਖਿਆਲ ਨਾਲ ਘੰਟਾ ਕੁ, ਸ਼ਾਇਦ ਘੰਟਾ 1.5 ਘੰਟਾ ਇਹਨਾਂ ਨੇ ਜੋ ਇਹਨਾਂ ਦੇ ਜੋ ਇਹ ਚਾਹੁੰਦੇ ਸੀ ਇਹਨਾਂ ਨੇ ਉਹ ਆਪਦੀਆਂ ਗੱਲਾਂ ਦੱਸੀਆਂ, ਅਤੇ ਜੋ ਇਹ ਚਾਹੁੰਦੇ ਆ ਉਹ ਮੇਰੇ ਵਕੀਲ ਸਾਹਿਬ ਨੇ ਨੋਟ ਕਰ ਲਈਆਂ, ਉਹ ਇਹਨਾਂ ਨੂੰ ਬਣਾ ਚਾਹੁੰਦਾ ਕਿ ਜਾਂਚ ਕੋਈ ਮਾੜੀ ਚੀਜ਼ ਨਹੀਂ। ਮੇਰੀ ਇੱਕ ਜਾਂਚ ਕੋਈ ਮਾੜੀ ਚੀਜ਼ ਨਹੀਂ, ਜ਼ਰੂਰ ਜਾਂਚ ਹੋਣੀ ਚਾਹੀਦੀ ਹੈ, ਸਾਰਿਆਂ ਦੀ ਹੋਣੀ ਚਾਹੀਦੀ ਹੈ, ਚਾਹੇ ਕੋਈ ਲੀਡਰ ਨੇ ਚਾਹੇ ਕੋਈ ਅਫਸਰ ਨੇ, ਸਾਰਿਆਂ ਦੀ ਜਾਂਚ ਹੋਣੀ ਚਾਹੀਦੀ ਹੈ। ਜੇ ਕਿਸੇ ਨੂੰ ਕਿਸੇ ਤਾਂ ਸ਼ਿਕਾਇਤ ਹੈ, ਜਾਂਚ ਕੋਈ ਮਾੜੀ ਚੀਜ਼ ਨਹੀਂ ਗੀ, ਜਾਂਚ ਜ਼ਰੂਰ ਹੋਣੀ ਚਾਹੀਦੀ ਹੈ। ਪਰ ਮੇਰੀ ਇੱਕ ਬੇਨਤੀ ਹੈ ਕਿ ਜਿਹੜੀ ਜਾਂਚ ਉਹ ਇਸ ਮੋਟਿਵ ਨਾਲ ਹੋਣੀ ਚਾਹੀਦੀ ਹੈ ਕਿ ਉਹ ਫੇਅਰ ਹੋਵੇ, ਉਹ ਜਾਇਜ਼ ਹੋਵੇ, ਉਹ ਫੇਅਰ ਹੋਵੇ। ਸਿਰਫ ਰਾਜਨੀਤਿਕ ਲਾਭ ਲੈਣ ਵਾਸਤੇ ਜਾਣ ਕੇ ਕਿਸੇ ਨੂੰ ਖੱਜਲ ਖੁਆਰ ਕੀਤਾ ਜਾਵੇ ਉਹ ਗੱਲ ਮਾੜੀ ਹੈ। ਫਿਰ ਜਾਂਚ ਹਰੇਕ ਦੀ ਹੋਣੀ ਚਾਹੀਦੀ ਹੈ, ਮੈਂ ਇਸ ਗੱਲ ਦੇ ਹੱਕ ਵਿੱਚ ਹਾਂ, ਅਤੇ ਉਹਦੇ ਵਿੱਚੋਂ ਕਿਸੇ ਨੂੰ ਮੈਂ ਸਮਝਦਾ ਭੱਜਣਾ ਵੀ ਨਹੀਂ ਚਾਹੀਦਾ ਉਹਨੂੰ, ਕਿਉਂਕਿ ਅਸੀਂ ਜਿਹੜੇ ਸਿਆਸੀ ਬੰਦੇ ਹਾਂ ਅਸੀਂ ਇੱਕ ਮਤਲਬ ਲੋਕਾਂ ਵਿੱਚ ਰਹਿਣ ਵਾਲੇ ਲੋਕ ਹਾਂ। ਸੋ ਇਸ ਕਰਕੇ ਸਾਡਾ ਜੀਵਨ ਹਰੇਕ ਨੂੰ ਪਤਾ ਹੁੰਦਾ। ਅਗਰ ਤੁਹਾਨੂੰ ਦੁਬਾਰਾ ਬੁਲਾਇਆ ਜਾਂਦਾ ਤਾਂ ਪੂਰਾ ਕੋਆਪਰੇਟ ਕਰੋ। ਮੈਂ ਕਿਹਾ ਜੀ 100% ਕਿਉਂ ਨਾ ਕਰਾਂਗੇ। ਮਤਲਬ ਸਾਡੇ ਕੋਲ ਕੋਈ ਲੁਕਾਉਣ ਨੂੰ ਹੀ ਹੈ ਨਹੀਂ ਜਿਹੜਾ ਅਸੀਂ ਲੁਕਾਉਣਾ, ਜੋ ਸਭ ਕੁਝ ਔਨਲਾਈਨ ਹੈ, ਔਨ ਪੇਪਰ ਹੈ, ਜੋ ਇਹ ਪੁੱਛਣਗੇ ਅਸੀਂ ਦੇਣ ਨੂੰ ਤਿਆਰ ਹਾਂ। ਇਹਨਾਂ ਨੂੰ ਅੱਜ ਇੱਥੇ ਦਫ਼ਤਰ 'ਚ ਬੁਲਾਇਆ ਗਿਆ ਸੀ। ਇਹਨਾਂ ਦੇ ਵਿਰੁੱਧ ਇੱਕ ਸਾਡੇ ਕੋਲ ਸ਼ਿਕਾਇਤ ਹੈਗੀ ਹੈ, ਜਿਹਦੇ ਵਿੱਚ ਇਹਨਾਂ ਨੇ ਵਿੱਤ ਤੋਂ ਵੱਧ ਜਾਇਦਾਦ ਬਣਾਉਣ ਬਾਰੇ ਆਪਣੇ ਪਰਿਵਾਰਕ ਮੈਂਬਰ ਅਤੇ ਕੋਈ ਬੇਨਾਮੀ ਜਾਇਦਾਦ ਵੀ ਜਿਹੜੀ ਕੋਈ ਕਿਸੇ ਦੇ ਨਾਂ 'ਤੇ ਬਣਾਉਣ ਬਾਰੇ ਜਿਹੜਾ ਸਾਡੇ ਕੋਲ ਹੈਗਾ, ਅਸੀਂ ਉਹਦੀ ਪੜਤਾਲ ਕਰ ਰਹੇ ਹਾਂ। ਅੱਜ ਜਿਹੜੇ ਇਹਨਾਂ ਨੂੰ ਵਿਜੀਲੈਂਸ ਦੇ ਜਿਹੜੇ ਪਰਫਾਰਮੇ ਆ ਉਹ ਭਰਨ ਵਾਸਤੇ ਦਿੱਤੇ ਗਏ ਆ,
ਜਿਹਦੇ 'ਚ ਸਾਰੇ ਆਪਣੇ ਪ੍ਰਾਪਰਟੀ ਦੇ ਵੇਰਵੇ ਜਿਹੜੇ ਦਰਜ ਕਰਕੇ ਸਾਨੂੰ ਇਹਦੀ ਉਹ ਦੇਣਗੇ। ਔਰ ਕੁਛ ਇਹਨਾਂ ਨੇ ਜਿਹੜੇ ਸਾਨੂੰ ਵੇਰਵੇ ਦਿੱਤੇ ਸੀਗੇ ਉਹਦੇ 'ਚ ਕੁਝ ਅਧੂਰੇ ਸੀਗੇ, ਜਿਹਦੇ ਕਰਕੇ ਦੁਬਾਰਾ ਸਾਨੂੰ ਇਹ ਫਿਰ ਵੀ ਦੇਣਗੇ ਜੀ। ਪਹਿਲਾਂ ਵੀ ਸਰ ਇਹਨਾਂ ਨੂੰ ਕਦੇ ਬੁਲਾਇਆ ਗਿਆ ਜਾਂ ਕੋਈ ਸੰਮਨ ਜਾਰੀ ਕੀਤੇ ਸੀ? ਨਹੀਂ, ਪਹਿਲਾਂ ਮਤਲਬ ਕਾਲ ਇਹਨਾਂ ਨੂੰ ਬੁਲਾਇਆ ਸੀਗਾ, ਬਟ ਉਦੋਂ ਇਹ ਕਿਸੇ ਵਜ੍ਹਾ ਕਰਕੇ ਅਵੇਲੇਬਲ ਨਹੀਂ ਸੀ ਹੋ ਸਕੇ, ਇਸ ਕਰਕੇ ਸਾਡੇ ਕੋਲ ਅੱਜ ਆਏ ਜੀ। ਕੋਈ ਦੁਬਾਰਾ ਵੀ ਇਹਨਾਂ ਨੂੰ ਬੁਲਾਇਆ? ਹਾਂ, ਜਦੋਂ ਇਹ ਪ੍ਰਾਪਰਟੀ ਦੀ ਸਾਰੀ ਸਾਨੂੰ ਇਹ ਪਰਫਾਰਮੇ ਦੇਣਗੇ ਭਰ ਕੇ, ਜੇ ਉਹਦੇ 'ਚ ਕੋਈ ਸਾਨੂੰ ਲੱਗੇਗਾ ਵੀ ਹਾਂ ਵੀ ਇਹਨਾਂ ਨੇ ਇਨਫੋਰਮੇਸ਼ਨ ਅਧੂਰੀ ਦਿੱਤੀ ਹੈ ਤੇ ਦੁਬਾਰਾ ਵੀ ਬੁਲਾਵਾਂਗੇ। ਸਰ ਜਿਹੜੀ ਕੰਪਲੇਨ ਆ ਉਹ ਇੰਡੀਵਿਜੂਅਲ ਹੈ ਜਾਂ ਸਰਕਾਰ ਵੱਲੋਂ ਹੈ? ਨਹੀਂ, ਇਹ ਸਾਡੇ ਕੋਲ ਵਿਜੀਲੈਂਸ ਇਨਕੁਆਇਰੀ ਹੈ ਜੀ, ਇਹਨਾਂ ਦੀ ਵਿਜੀਲੈਂਸ ਇਨਕੁਆਇਰੀ ਹੈ ਜਿਹੜੀ ਇਹ ਸੋਰਸ ਬੋਰਡ ਦੇ ਉੱਤੇ ਦਰਜ ਹੁੰਦੀ ਹੈ। ਇਹ ਕੁਛ ਪਤਾ ਲੱਗ ਸਕਦਾ ਕਿ ਉਹ ਕਿਹੜੀ ਸੰਪत्ति ਨੂੰ ਲੈ ਕੇ ਤੁਸੀਂ ਇਹ ਸਾਡਾ ਜਿਹੜਾ ਮੈਟਰ ਹਲੇ ਸੀਕ੍ਰੇਟ ਹੈ। ਓਕੇ।